ਸੋ ਹਾਂਜੀ ਦੋਸਤੋ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਰੰਗ ਪੰਜਾਬ 'ਤੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਜੋ ਕੇਂਦਰ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਵਾਹਨ ਸਕ੍ਰੈਪ ਨੀਤੀ ਬਾਰੇ, ਕਿ ਇਸ ਨੀਤੀ ਦੇ ਕੀ ਫਾਇਦੇ ਅਤੇ ਕੀ ਨੁਕਸਾਨ ਹੋਣਗੇ ਅਤੇ ਇਸ ਨੀਤੀ ਨਾਲ ਆਮ ਲੋਕਾਂ 'ਤੇ ਕੀ ਪ੍ਰਭਾਵ ਪਵੇਗਾ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਕੀ ਇਸ ਨਾਲ ਸੱਚਮੁੱਚ ਹੀ ਪ੍ਰਦੂਸ਼ਣ ਘਟੇਗਾ ਜਾਂ ਨਹੀਂ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਨੀਤੀ ਕਿਉਂ ਬਣਾਈ ਜਾ ਰਹੀ ਹੈ। ਸੋ ਇੱਥੇ ਲਿਖਿਆ ਜਾ ਰਿਹਾ ਹੈ ਕਿ ਗਲੋਬਲ ਵਾਰਮਿੰਗ ਨੂੰ ਲੈ ਕੇ ਅੱਜ ਸਾਰੇ ਪਾਸੇ ਚਰਚਾ ਹੋ ਰਹੀ ਹੈ, ਜਿਸ ਦੇ ਕਰਕੇ ਮੌਸਮ ਵਿੱਚ ਤਬਦੀਲੀਆਂ ਆ ਰਹੀਆਂ ਨੇ। ਕਿਤੇ ਬਾਰਿਸ਼ ਵਿੱਚ ਵਾਧਾ ਹੋ ਰਿਹਾ ਹੈ, ਕਿਤੇ ਸੋਕਾ ਪੈ ਰਿਹਾ, ਕਿਤੇ ਹੜ੍ਹ ਆ ਰਿਹਾ ਹੈ। ਇਸ ਸਾਰੀ ਚੀਜ਼ ਨੂੰ ਜੋ ਹੈ ਪ੍ਰਦੂਸ਼ਣ ਦੇ ਨਾਲ ਜੋੜਿਆ ਜਾ ਰਿਹਾ ਹੈ ਅਤੇ ਪ੍ਰਦੂਸ਼ਣ ਘਟਾਉਣ ਲਈ ਕੇਂਦਰ ਸਰਕਾਰ ਨੇ 2021 ਦੇ ਬਜਟ ਦੇ ਨਾਲ ਵਾਹਨ ਸਕ੍ਰੈਪ ਨੀਤੀ ਨੂੰ ਵੀ ਜੋੜਿਆ ਹੈ, ਜਿਸ ਦਾ ਮਤਲਬ ਹੈ ਕਿ ਕੋਈ ਵਾਹਨ ਜੋ ਸੜਕ 'ਤੇ ਚੱਲਦਾ ਹੈ ਉਸ ਨੂੰ ਮਿੱਥੇ ਸਮੇਂ ਤੋਂ ਬਾਅਦ ਉਸ ਦੀ ਭੰਨ ਤੋੜ ਕਰਕੇ ਉਸ ਨੂੰ ਕਬਾੜ ਬਣਾ ਦਿੱਤਾ ਜਾਵੇਗਾ। ਸੋ ਇਸ ਨੀਤੀ ਬਾਰੇ ਵਿਸਥਾਰ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਨੀਤੀ ਕਿਸ ਤਰ੍ਹਾਂ ਕੰਮ ਕਰੇਗੀ। ਸੋ ਇਸ ਨੀਤੀ ਮੁਤਾਬਕ 15 ਸਾਲ ਤੋਂ ਪੁਰਾਣੇ ਭਾੜੇ ਵਾਲੇ ਵਪਾਰਕ ਵਾਹਨ ਅਤੇ 20 ਸਾਲ ਪੁਰਾਣੇ ਨਿੱਜੀ ਵਾਹਨ, ਜਿਵੇਂ ਕਿ 15 ਸਾਲ ਪੁਰਾਣੇ ਵਾਹਨ ਜਿਹੜੇ ਕੰਪਨੀਆਂ ਦੁਆਰਾ ਚਲਾਏ ਜਾਂਦੇ ਹਨ ਉਹ, ਅਤੇ 20 ਸਾਲ ਪੁਰਾਣੇ ਵਾਹਨ ਜਿਹੜੇ ਲੋਕਾਂ ਵੱਲੋਂ ਆਪਣੇ ਨਿੱਜੀ ਕੰਮਾਂ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਜੋ ਹੈ ਕਬਾੜ ਬਣਾ ਦਿੱਤਾ ਜਾਵੇਗਾ। ਭਾਵ ਕਿ ਇਹਨਾਂ ਨੂੰ ਸੜਕਾਂ 'ਤੇ ਚੱਲਣ ਨਹੀਂ ਦਿੱਤਾ ਜਾਵੇਗਾ। ਇਹ ਨੀਤੀ ਹੈ ਵਾਹਨਾਂ ਲਈ 1 ਅਪ੍ਰੈਲ 2022 ਤੋਂ ਲਾਗੂ ਹੋਵੇਗੀ ਅਤੇ ਕਿਰਾਏ ਭਾੜੇ ਵਾਲੇ ਵਾਹਨਾਂ ਲਈ 1 ਅਪ੍ਰੈਲ 2023 ਤੋਂ ਲਾਗੂ ਹੋਏਗੀ। ਇਸ ਤੋਂ ਬਾਅਦ ਨਿੱਜੀ ਵਾਹਨ ਅਤੇ ਇਹ 1 ਜੂਨ 2024 ਤੋਂ ਲਾਗੂ ਹੋਵੇਗੀ। ਇਸ ਦਾ ਮਤਲਬ ਹੈ ਕਿ ਜੇਕਰ ਜੋ ਮਾਲਕ ਹੈ ਆਪਣੇ ਵਾਹਨ ਨੂੰ ਉਹ ਜੋ ਕਬਾੜ ਵਿੱਚ ਨਹੀਂ ਪਾਉਣਾ ਚਾਹੁੰਦਾ ਤਾਂ ਉਸ ਨੂੰ 6 ਮਹੀਨੇ ਬਾਅਦ ਇੱਕ ਫਿਟਨੈਸ ਟੈਸਟ ਕਰਵਾਉਣਾ ਪਏਗਾ। ਅਤੇ ਇਸ ਫਿਟਨੈਸ ਟੈਸਟ ਲਈ ਸਰਕਾਰ ਕੋਲ ਜੋ ਅਜੇ ਸਿਰਫ 7 ਆਟੋਮੈਟਿਕ ਫਿਟਨੈਸ ਕੇਂਦਰ ਬਣੇ ਨੇ ਦੇਸ਼ ਵਿੱਚ। ਅਤੇ ਜੇਕਰ ਗੱਲ ਕਰੀਏ ਤਾਂ ਦੇਸ਼ ਵਿੱਚ ਕੁੱਲ 718 ਜ਼ਿਲ੍ਹੇ ਹਨ। ਸੋ ਜਿਸ ਦਾ ਮਤਲਬ ਹੈ ਕਿ ਅਜੇ ਸਰਕਾਰ ਨੂੰ ਬਹੁਤ ਸਾਰੇ ਫਿਟਨੈਸ ਕੇਂਦਰਾਂ ਨੂੰ ਖੋਲ੍ਹਣ ਦੀ ਜੋ ਜ਼ਰੂਰਤ ਪਏਗੀ। ਸਰਕਾਰੀ ਅਨੁਮਾਨ ਮੁਤਾਬਕ ਜੋ 400 ਤੋਂ 500 ਕੇਂਦਰ ਜੋ ਹੈ ਖੋਲ੍ਹੇ ਜਾਣਗੇ ਅਤੇ ਵਪਾਰਕ ਵਾਹਨ ਜੇ ਕੋਈ ਮਿਆਦ ਪੂਰੀ ਹੋਣ ਤੋਂ ਬਾਅਦ ਚਲਾਉਣਾ ਚਾਹੁੰਦਾ ਹੈ ਤਾਂ 1 ਅਪ੍ਰੈਲ 2023 ਤੋਂ ਬਾਅਦ ਫਿਟਨੈਸ ਸਰਟੀਫਿਕੇਟ ਉਸ ਨੂੰ ਲੈਣਾ ਪਵੇਗਾ। ਸੋ ਹੁਣ ਹਿਸਾਬ ਲਾਉਂਦੇ ਹਾਂ ਕਿ ਇਸ ਨੀਤੀ ਨਾਲ ਕਿੰਨੇ ਜਿਹੜੇ ਵਾਹਨ ਨੇ ਉਹਨਾਂ 'ਤੇ ਅਸਰ ਪਵੇਗਾ ਅਤੇ ਕਿੰਨੇ ਵਾਹਨ ਸੜਕਾਂ ਤੋਂ ਗਾਇਬ ਹੋ ਜਾਣਗੇ। ਸੋ ਇੱਥੇ ਗਿਣਤੀ ਕਰੀਏ ਤਾਂ ਤਕਰੀਬਨ 51 ਲੱਖ ਲਾਈਟ ਮੋਟਰ ਵਹੀਕਲ ਅਤੇ ਕਾਰਾਂ ਜੋ 20 ਸਾਲ ਤੋਂ ਉੱਤੇ ਹਨ, ਜਿਨ੍ਹਾਂ ਨੂੰ ਲਗਭਗ ਜੋ ਕਾਰਾਂ ਲਾਈਟ ਮੋਟਰ ਵਹੀਕਲ ਜਿਹੜੇ 20 ਸਾਲ ਪੁਰਾਣੇ ਹਨ, ਅਤੇ 34 ਲੱਖ 15 ਤੋਂ 20 ਸਾਲ ਪੁਰਾਣੇ ਹਨ। ਇਸ ਦੇ ਨਾਲ ਹੀ 17 ਲੱਖ ਵਾਹਨ ਉਹ ਹਨ, ਇਸ ਦੇ ਨਾਲ ਹੀ 17 ਲੱਖ ਵਪਾਰਕ ਵਾਹਨ ਵੀ ਚੱਲ ਰਹੇ ਹਨ ਸੜਕਾਂ 'ਤੇ। ਸੋ ਇਹਨਾਂ ਵਾਹਨਾਂ ਨੂੰ ਚਲਾਉਣਾ ਹੈ ਤਾਂ ਸਾਨੂੰ ਜੋ ਹੈ ਇਹਨਾਂ ਦੀ ਆਟੋਮੈਟਿਕ ਜਾਂਚ ਕਰਵਾਉਣੀ ਪਏਗੀ ਅਤੇ ਇਸ ਤੋਂ ਪਤਾ ਚੱਲੇਗਾ ਕਿ ਵਾਹਨ ਜੋ ਸੜਕ 'ਤੇ ਚੱਲਣ ਯੋਗ ਹੈ ਜਾਂ ਨਹੀਂ। ਫਿਟਨੈਸ ਸਰਟੀਫਿਕੇਟ ਦੇ ਨਿਯਮ ਨੇ ਜੋ 1 ਅਕਤੂਬਰ 2021 ਨੂੰ ਆਉਣਗੇ, ਅਤੇ ਜੇ ਵਾਹਨ ਚੱਲਣ ਯੋਗ ਹੋਵੇਗਾ ਤਾਂ ਹੀ ਉਸ ਨੂੰ ਫਿਟਨੈਸ ਸਰਟੀਫਿਕੇਟ ਦਿੱਤਾ ਜਾਏਗਾ, ਨਹੀਂ ਤਾਂ ਉਸ ਨੂੰ ਡੀ ਰਜਿਸਟਰ ਕਰਕੇ ਸਕ੍ਰੈਪ ਯਾਰਡ ਮੀਨਜ਼ ਜਿੱਥੇ ਵਾਹਨ ਨੂੰ ਸਕ੍ਰੈਪ ਕੀਤਾ ਜਾਂਦਾ ਹੈ, ਕਬਾੜ ਬਣਾਇਆ ਜਾਏਗਾ, ਉੱਥੇ ਭੇਜ ਦਿੱਤਾ ਜਾਏਗਾ। ਸੋ ਇਸ ਨਾਲ ਦੇਖਦੇ ਹਾਂ ਕਿ ਅੱਗੇ ਕੰਪਨੀਆਂ ਨੂੰ ਕੀ ਫਾਇਦਾ ਹੋਏਗਾ। ਇਸ ਦੇ ਨਾਲ ਹੀ ਸਰਕਾਰੀ ਜੋ ਅਨੁਮਾਨ ਮੁਤਾਬਕ ਸਰਕਾਰ ਨੂੰ 30,000 ਤੋਂ 40,000 ਕਰੋੜ ਰੁਪਏ GST ਦੇ ਰੂਪ ਵਿੱਚ ਮਿਲਣਗੇ, ਜਿਸ ਦਾ ਮਤਲਬ ਹੈ ਕਿ ਕਾਰਾਂ ਦੀ ਵਿਕਰੀ ਜੋ ਹੈ 1,07,000 ਤੋਂ 1,43,000 ਕਰੋੜ ਦੀ ਹੋਵੇਗੀ ਅਤੇ ਆਟੋ ਜੋ ਵਪਾਰ ਹੈ ਉਸ ਨੂੰ ਵੀ ਜੋ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ ਸੂਬਿਆਂ ਨੂੰ ਰੋਡ ਟੈਕਸ ਅਤੇ ਇੰਸ਼ੋਰੈਂਸ ਕੰਪਨੀ ਨੂੰ ਵੀ ਪ੍ਰੀਮੀਅਮ ਦੇ ਰੂਪ ਵਿੱਚ ਪੈਸੇ ਮਿਲਣਗੇ। ਸੋ ਜੇਕਰ ਇਸ ਨੀਤੀ 'ਤੇ ਗੱਲ ਕਰੀਏ ਤਾਂ ਸਿੱਧਾ ਜੋ ਅਰਥ ਹੈ ਆਟੋਮੋਬਾਈਲ ਖੇਤਰ ਨੂੰ ਹੁਲਾਰਾ ਦੇਣਾ ਹੈ। ਇਸ ਤੋਂ ਅੱਗੇ ਗੱਲ ਕਰਦੇ ਹਾਂ ਆਮ ਲੋਕਾਂ ਲਈ ਕੀ ਮੁਆਵਜ਼ਾ ਹੈ, ਜੋ ਆਪਣੇ ਵਾਹਨ ਨੂੰ ਜੋ ਹੈ ਕਬਾੜ ਬਣਾਉਣਾ ਚਾਹੁੰਦੇ ਉਹਨਾਂ ਵਾਸਤੇ ਕੀ ਸਹੂਲਤਾਂ ਨੇ।
ਸੋ ਇੱਥੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਲੋਕ ਆਪਣੀ ਮਰਜ਼ੀ ਨਾਲ ਆਪਣੇ ਵਾਹਨ ਨੂੰ ਸਕ੍ਰੈਪ ਕਰਵਾਉਣਾ ਚਾਹੁਣਗੇ ਤਾਂ ਇਸ ਲਈ ਸਰਕਾਰ ਨੇ ਕੁਝ ਮੁਆਵਜ਼ਾ ਵੀ ਦੇਣ ਦੀ ਜੋ ਹੈ ਉਹ ਸਕੀਮ ਸ਼ੁਰੂ ਕੀਤੀ ਹੈ, ਜਿਸ ਦੇ ਮੁਤਾਬਕ ਮੁੱਢਲੀ ਕੀਮਤ ਦਾ 4 ਤੋਂ 6% ਮੁਆਵਜ਼ਾ ਦਿੱਤਾ ਜਾਏਗਾ। ਭਾਵ ਕਿ ਜੇਕਰ ਕੋਈ ਮੋਟਰਸਾਈਕਲ ਦੀ ਕੀਮਤ 40,000 ਰੁਪਏ ਹੈ ਤਾਂ ਉਸ ਨੂੰ 1600 ਤੋਂ 2400 ਰੁਪਏ ਮੁਆਵਜ਼ਾ ਦਿੱਤਾ ਜਾਏਗਾ। ਅਤੇ ਨਾਲ ਹੀ ਜੇ ਕਾਰ ਦੀ ਗੱਲ ਕਰੀਏ ਤਾਂ ਜੇ ਕਾਰ ਦੀ ਕੀਮਤ 6 ਲੱਖ ਰੁਪਏ ਤਾਂ ਉਸ 'ਤੇ ਮੁਆਵਜ਼ੇ ਤੌਰ 'ਤੇ 24,000 ਤੋਂ 36,000 ਰੁਪਏ ਮਿਲਣਗੇ। ਸੋ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਅਸੀਂ ਆਪਣਾ ਮੋਟਰਸਾਈਕਲ ਸਕ੍ਰੈਪ ਕਰਾਉਂਦੇ ਹਾਂ ਤਾਂ ਜਿਹੜੇ ਪੈਸੇ ਮੁਆਵਜ਼ੇ ਦੇ ਤੌਰ 'ਤੇ ਮਿਲਦੇ ਨੇ ਨਾ ਉਸ ਨਾਲ ਅਸੀਂ ਮੋਟਰਸਾਈਕਲ ਖਰੀਦ ਸਕਦੇ ਹਾਂ। ਅਤੇ ਜੇਕਰ ਗੱਲ ਕਰੀਏ ਕਾਰ ਦੀ ਤਾਂ ਕਾਰ ਵੀ ਜੋ ਹੈ ਜੇ ਸਕ੍ਰੈਪ ਕਰਾਉਣੀ ਹੈ ਤਾਂ ਉਸ ਦੇ ਨਾਲ ਵੀ ਅਸੀਂ ਮੋਟਰਸਾਈਕਲ ਨਹੀਂ ਖਰੀਦ ਸਕਦੇ। ਜੋ ਕਾਰ ਨੂੰ ਸਕ੍ਰੈਪ ਕਰਾਉਣ ਤੋਂ ਬਾਅਦ ਮੁਆਵਜ਼ਾ ਮਿਲੇਗਾ ਉਸ ਦੇ ਨਾਲ ਵੀ ਮੋਟਰਸਾਈਕਲ ਖਰੀਦਣਾ ਜੋ ਹੈ ਬਹੁਤ ਹੀ ਮੁਸ਼ਕਿਲ ਹੋ ਜਾਏਗਾ। ਸੋ ਇਸ ਨਾਲ ਜੋ ਆਮ ਲੋਕਾਂ ਦੀ ਸਵਾਰੀ ਦਾ ਜ਼ਰੀਆ ਵੀ ਖਤਮ ਹੋ ਜਾਏਗਾ। ਅਤੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਪਹਿਲਾਂ ਹੀ ਦੇਸ਼ ਵਿੱਚ ਜੋ ਕਿੰਨੀ ਮਹਿੰਗਾਈ ਚੱਲ ਰਹੀ ਹੈ ਅਤੇ ਆਮ ਲੋਕਾਂ ਕੋਲ ਇੰਨੀ ਸਮਰੱਥਾ ਨਹੀਂ ਹੋਵੇਗੀ ਕਿ ਉਹ ਹੋਰ ਪੈਸੇ ਪਾ ਕੇ ਨਵਾਂ ਕੋਈ ਵਾਹਨ ਲੈ ਸਕਣ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਉੱਪਰ ਹੋਰ ਵੀ ਛੋਟਾਂ ਨੇ। ਜੇ ਕੋਈ ਪੁਰਾਣਾ ਵਾਹਨ ਸਕ੍ਰੈਪ ਕਰਾ ਕੇ ਨਵਾਂ ਲੈਂਦਾ ਤਾਂ ਸੂਬਾ ਸਰਕਾਰ ਉਸ ਨੂੰ ਰੋਡ ਟੈਕਸ ਤੋਂ ਛੋਟ ਦੇਵੇਗੀ, ਭਾਵ 15% ਵਪਾਰਕ ਅਤੇ 25% ਨਿੱਜੀ ਵਾਹਨ 'ਤੇ। ਜੇ ਉਦਾਹਰਨ ਤੌਰ 'ਤੇ ਲਈਏ ਤਾਂ 80,000 ਰੁਪਏ ਟੈਕਸ ਰੋਡ ਟੈਕਸ ਹੈ ਤਾਂ ਉਸ 'ਤੇ 20,000 ਰੁਪਏ ਦੀ ਛੋਟ ਮਿਲੇਗੀ। ਇਸ ਨਾਲ 5% ਡਿਸਕਾਊਂਟ ਜਾਂ ਰਿਆਇਤ ਦੇਣ ਲਈ ਸਰਕਾਰ ਆਟੋ ਕੰਪਨੀ ਨੂੰ ਵੀ ਐਡਵਾਈਜ਼ਰੀ ਕਰ ਰਹੀ ਹੈ, ਜਿਸ ਨੂੰ ਮੰਨਣਾ ਜਾਂ ਨਾ ਮੰਨਣਾ ਉਹ ਕੰਪਨੀਆਂ ਦੇ ਉੱਤੇ ਨਿਰਭਰ ਕਰਦਾ ਹੈ। ਸੋ ਇੱਥੇ ਗੱਲ ਕਰੀਏ ਅੱਗੇ ਜੇ ਰੋਡ ਟੈਕਸ ਦੀ, ਰਜਿਸਟ੍ਰੇਸ਼ਨ ਵੇਲੇ ਮੁੱਖ ਰੋਡ ਟੈਕਸ ਹੁੰਦਾ ਹੈ ਨਿੱਜੀ ਵਾਹਨ ਦੇ ਲਈ 9 ਤੋਂ 11% ਅਤੇ 15 ਲੱਖ ਤੋਂ ਹੇਠਾਂ 9% ਅਤੇ ਉੱਪਰ 11% ਅਤੇ ਰਜਿਸਟ੍ਰੇਸ਼ਨ ਫੀਸ ਤਾਂ ਤਕਰੀਬਨ 500 ਤੋਂ 600 ਰੁਪਏ ਹੁੰਦੀ ਹੈ। ਇਸ ਤੋਂ ਅੱਗੇ ਗੱਲ ਕਰ ਰਹੇ ਹਾਂ ਇੱਕ ਹੋਰ ਟੈਕਸ ਦੀ ਜੋ ਵੀ ਇਸ ਦੇ ਨਾਲ ਹੀ ਲਗਾਇਆ ਜਾ ਰਿਹਾ ਉਹ ਹੈ ਗ੍ਰੀਨ ਟੈਕਸ। ਇਸ ਦੇ ਉਲਟ ਜੇ ਕੋਈ ਮਾਲਕ ਵਾਹਨ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ 6 ਮਹੀਨੇ ਬਾਅਦ ਫਿਟਨੈਸ ਸਰਟੀਫਿਕੇਟ ਲੈਣਾ ਪਏਗਾ। ਇਸ ਤੋਂ ਇਲਾਵਾ ਰੀਨਿਊ ਫੀਸ ਵੀ ਕਾਫੀ ਵਧਾ ਦਿੱਤੀ ਗਈ ਹੈ, ਨਾਲ ਹੀ ਗ੍ਰੀਨ ਟੈਕਸ ਵੀ ਲਗਾ ਦਿੱਤਾ ਹੈ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਕੋਲ 2002 ਮਾਡਲ ਹੋਂਡਾ ਸਿਟੀ ਹੈ ਤਾਂ ਉਸ ਨੂੰ 15 ਸਾਲ ਬਾਅਦ ਰੀਨਿਊ ਕਰਵਾਉਣ ਦੀ ਫੀਸ 4600 ਰੁਪਏ ਸੀ, ਪਰ ਹੁਣ ਇਹ ਫੀਸ ਜੋ ਵਧਾ ਕੇ ਉਹ 50,000 ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪਹਿਲਾਂ 5 ਸਾਲ ਦੀ ਰੀਨਿਊਵਲ ਜੋ ਹੈ ਉਹ ਹੋ ਸਕਦੀ ਸੀ, ਪਰ ਹੁਣ ਜੋ ਹੈ 6 ਮਹੀਨੇ ਬਾਅਦ ਫਿਟਨੈਸ ਸਰਟੀਫਿਕੇਟ ਲੈਣਾ ਪਏਗਾ। ਸੋ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਫਿਟਨੈਸ ਸਰਟੀਫਿਕੇਟ ਹੀ ਦਿੱਤਾ ਹੈ ਤਾਂ ਗ੍ਰੀਨ ਟੈਕਸ ਕਿਉਂ, ਕਿ ਗ੍ਰੀਨ ਟੈਕਸ ਲੱਗਣ ਨਾਲ ਪ੍ਰਦੂਸ਼ਣ ਘੱਟ ਜਾਏਗਾ। ਸੋ ਇੱਕ ਕਹਿ ਸਕਦੇ ਇੱਕ ਨਵੀਂ ਨੀਤੀ ਹੈ ਸਰਕਾਰ ਦੀ ਲੋਕਾਂ ਉੱਪਰ ਜੋ ਹੈ ਬੋਝ ਪਾਉਣ ਦੀ ਅਤੇ ਪੈਸੇ ਇਕੱਠੇ ਕਰਨ ਦੀ। ਇਸ ਤੋਂ ਅੱਗੇ ਗੱਲ ਕਰੀਏ ਤਾਂ ਪ੍ਰਦੂਸ਼ਣ ਵਿੱਚ ਕੀ ਘਾਟ ਆਏਗੀ ਇਸ ਨਾਲ। ਸੋ ਜੇਕਰ ਗੱਲ ਕਰੀਏ ਪ੍ਰਦੂਸ਼ਣ ਦੀ ਤਾਂ ਇਸ ਵੇਲੇ ਜੋ ਪ੍ਰਦੂਸ਼ਣ ਦੇ ਅੰਕੜੇ ਸਰਕਾਰ ਕੋਲ ਹਨ ਉਸ ਮੁਤਾਬਕ ਜੋ 52% ਜੋ ਲਗਭਗ ਜੋ ਹੈ ਅੱਧਾ ਜੋ ਪ੍ਰਦੂਸ਼ਣ ਦੀ ਪਰਸੈਂਟ ਕੱਢੀਏ ਜਾਂ ਕਹਿ ਦਈਏ ਕਿ ਅੱਧਾ ਪ੍ਰਦੂਸ਼ਣ ਦਾ ਕਾਰਨ ਜੋ ਟੋਟਲ ਪ੍ਰਦੂਸ਼ਣ ਉਸ ਦੇ ਅੱਧੇ ਦਾ ਕਾਰਨ ਜੋ ਹੈ ਉਹ ਕਾਰਖਾਨੇ ਹਨ। ਇਸ ਤੋਂ ਬਾਅਦ 15% ਹੈ ਫਸਲਾਂ ਦੀ ਰਹਿੰਦ ਖੂੰਹਦ ਅਤੇ ਜੰਗਲਾਂ 'ਚ ਅੱਗ ਲੱਗਣ ਨਾਲ, ਅਤੇ 17% ਵਾਹਨਾਂ ਅਤੇ ਬਾਕੀ ਸਰੋਤਾਂ ਨਾਲ। ਅਤੇ ਜੇਕਰ ਗੱਲ ਕਰੀਏ ਸਰਕਾਰ ਵੱਲੋਂ ਇਹ ਅਨੁਮਾਨ ਦੀ ਕਿ ਪੁਰਾਣੇ ਵਾਹਨ ਸੜਕਾਂ ਤੋਂ ਹਟਾਉਣ ਵਾਲੇ ਵਾਹਨਾਂ ਦਾ ਜੋ ਪ੍ਰਦੂਸ਼ਣ ਹੈ 25 ਤੋਂ 30% ਘੱਟ ਜਾਏਗਾ। ਮਤਲਬ ਕਿ ਕੁੱਲ ਪ੍ਰਦੂਸ਼ਣ ਵਿੱਚ ਸਿਰਫ ਕਟੌਤੀ ਹੋਵੇਗੀ 4% ਦੀ। ਪਰ ਇੱਥੇ ਸੋਚਿਆ ਜਾ ਰਿਹਾ ਹੈ ਕਿ 4% ਪ੍ਰਦੂਸ਼ਣ ਘਟਾਉਣ ਲਈ ਕਿੰਨੀ ਕੀਮਤ ਦੇਣੀ ਪਵੇਗੀ। ਅੱਜ ਬਹੁਤ ਸਾਰੇ ਜੋ ਲੋਕ ਨੇ ਉਹ ਗਰੀਬ ਅਤੇ ਮੱਧ ਵਰਗ ਦੇ ਲੋਕ ਹਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਇੱਕ ਹੀ ਵਾਹਨ ਖਰੀਦਿਆ ਜਾਂਦਾ ਹੈ ਅਤੇ ਉਸ ਨੂੰ ਕਾਫੀ ਸਾਂਭ ਕੇ ਰੱਖਦੇ ਨੇ, ਸਾਂਭ ਕੇ ਵਰਤਦੇ ਨੇ, ਕਿਉਂਕਿ ਵਰਤਣ ਲਈ ਪੈਟਰੋਲ ਦੇ ਪੈਸੇ ਵੀ ਚਾਹੀਦੇ ਨੇ। ਸੋ ਦਰਮਿਆਨੀ ਆਮਦਨ ਵਾਲੇ 20 ਤੋਂ 40,000 ਰੁਪਏ ਜੋ ਮਹੀਨਾ ਕਮਾਉਣ ਵਾਲੇ ਪਰਿਵਾਰ ਵਾਹਨ ਨੂੰ 20 ਸਾਲ 'ਚ ਵੀ 1 ਲੱਖ ਕਿਲੋਮੀਟਰ ਨਹੀਂ ਚੱਲਦੇ। ਇਹ ਜਿਹੇ ਵਾਹਨ ਨੂੰ ਸਕ੍ਰੈਪ 'ਚ ਪਾਉਣਾ ਜਿੱਥੇ ਉਹਨਾਂ ਪਰਿਵਾਰਾਂ ਲਈ ਇੱਕ ਬਹੁਤ ਜ਼ਿਆਦਾ ਜ਼ਿਆਦਤੀ ਹੋਵੇਗੀ ਅਤੇ ਉੱਥੇ ਹੀ ਕੌਮੀ ਨੁਕਸਾਨ ਵੀ ਹੈ। ਸੋ ਇੱਥੇ ਕਹਿ ਸਕਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਨਾਲ ਜੋ ਹੈ ਆਮ ਲੋਕਾਂ 'ਤੇ ਜੋ ਇੱਕ ਵੱਖਰਾ ਬੋਝ ਪਏਗਾ ਟੈਕਸ ਦੇ ਰੂਪ ਵਿੱਚ,
ਕਿਉਂਕਿ ਜੋ ਉੱਧਰ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮੇ ਵਿੱਚ ਚੱਲ ਰਹੇ ਵਾਹਨ ਨੂੰ ਜੇ ਸਕ੍ਰੈਪ ਕੀਤਾ ਜਾਏਗਾ ਤਾਂ ਉਸ ਨੂੰ ਜੋ ਨਵੇਂ ਵਾਹਨ ਖਰੀਦਣ ਲਈ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਲਈ ਨਵੇਂ ਵਾਹਨ ਖਰੀਦਣ ਲਈ ਵੀ ਜੋ ਟੈਕਸ ਦਾ ਭਾਰ ਹੈ ਉਹ ਆਮ ਲੋਕਾਂ 'ਤੇ ਹੀ ਪਏਗਾ। ਸੋ ਇਸ ਤੋਂ ਅੱਗੇ ਗੱਲ ਕਰਦੇ ਹਾਂ ਰੁਜ਼ਗਾਰ 'ਤੇ ਅਸਰ, ਇਸਦਾ ਰੁਜ਼ਗਾਰ 'ਤੇ ਕੀ ਅਸਰ ਹੈ। ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਨੀਤੀ ਨਾਲ 10,000 ਕਰੋੜ ਦਾ ਨਿਵੇਸ਼ ਹੋਵੇਗਾ ਅਤੇ 50,000 ਨੌਕਰੀਆਂ ਪੈਦਾ ਹੋਣਗੀਆਂ ਅਤੇ ਬਜਟ ਭਾਸ਼ਣ 'ਚ 35,000 ਨੌਕਰੀਆਂ ਕਿਹਾ ਗਿਆ ਸੀ। ਸੋ ਨਵੀਆਂ ਨੌਕਰੀਆਂ ਦਾ ਸਰਕਾਰ ਨੇ ਅੰਦਾਜ਼ਾ ਲਾ ਲਿਆ, ਪਰ ਇਹ ਨਹੀਂ ਕਿਹਾ ਵੀ ਲੋਕ ਕਿੰਨੇ ਬੇਰੁਜ਼ਗਾਰ ਬੈਠੇ ਨੇ। ਜਿਵੇਂ ਅਸੀਂ ਗੱਲ ਕਰੀਏ ਕਿ ਪੁਰਾਣੇ ਜੋ ਵਾਹਨ ਨੇ ਉਹਨਾਂ ਦੀ ਮੁਰੰਮਤ ਦੀ ਜ਼ਰੂਰਤ ਵੀ ਪੈਂਦੀ ਹੈ, ਉਹਨਾਂ ਵਾਸਤੇ ਨਿੱਕੇ ਨਿੱਕੇ ਜੋ ਪੁਰਜੇ ਨੇ ਉਹਨਾਂ ਦੀ ਵੀ ਜ਼ਰੂਰਤ ਪੈਂਦੀ ਹੈ, ਜਿਸ ਕਰਕੇ ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਸਾਰੇ ਮਕੈਨਿਕ ਇਹਨਾਂ ਵਾਹਨਾਂ ਨੂੰ ਠੀਕ ਕਰਨ ਲਈ ਬੈਠੇ ਨੇ। ਸੋ ਜੇਕਰ ਜੇ ਨੀਤੀ ਆ ਜਾਂਦੀ ਹੈ ਤਾਂ ਇਸ ਦੇ ਨਾਲ ਹੀ ਜੋ ਪੁਰਾਣੇ ਵਾਹਨ ਹੈ ਉਹਨਾਂ ਨੂੰ ਬਿਲਕੁਲ ਸੜਕਾਂ ਤੋਂ ਹਟਾ ਦਿੱਤਾ ਜਾਏਗਾ, ਜਿਸ ਨਾਲ ਇਹਨਾਂ ਜੋ ਲੋਕਾਂ ਦਾ ਰੁਜ਼ਗਾਰ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਇਸ ਤੋਂ ਅੱਗੇ ਗੱਲ ਕਰੀਏ ਸਕ੍ਰੈਪ ਡੀਲਰ, ਤਾਂ ਉਹ ਵੀ ਛੋਟੇ ਜੋ ਹੈ ਸਕ੍ਰੈਪ ਲੋਕਾਂ ਦੇ ਹੱਥ ਨਹੀਂ ਆਏਗਾ, ਇਹ ਵੀ ਵੱਡੇ ਕਾਰਪੋਰੇਟਾਂ ਦੇ ਹੱਥਾਂ 'ਚ ਇਹ ਕੰਮ ਆਏਗਾ ਜੋ ਸਕ੍ਰੈਪ ਯਾਰਡ ਦਾ, ਅਤੇ ਕਾਫੀ ਛੋਟੇ ਸਕ੍ਰੈਪ ਵਪਾਰੀ ਅਤੇ ਲੋਹੇ ਦੇ ਕਾਰਖਾਨੇ ਕਾਰੋਬਾਰ 'ਚੋਂ ਬਾਹਰ ਹੋ ਜਾਣਗੇ। ਸੋ ਜੇਕਰ ਅੱਜ ਪੁਰਾਣੇ ਮੋਟਰਸਾਈਕਲ 15 ਤੋਂ 20,000 'ਚ ਮਿਲ ਜਾਂਦੇ, ਜਿਸ ਨਾਲ ਦਿਹਾੜੀਦਾਰ ਲੋਕ ਜਿਹੜੇ ਉਹ ਆਪਣੇ ਨੇੜੇ ਤੇੜੇ ਕੰਮ ਲੱਭ ਕੇ ਉੱਥੇ ਆਪਣਾ ਗੁਜ਼ਾਰਾ ਕਰਦੇ ਨੇ। ਸਭ ਤੋਂ ਵੱਡੀ ਉਦਾਹਰਨ ਹੈ ਜੋ ਅਸੀਂ ਦੇਖਦੇ ਹਾਂ ਵੱਡੇ ਸ਼ਹਿਰਾਂ ਵਿੱਚ, ਜਾਂ ਜੋ ਜੋਮੈਟੋ ਅਤੇ ਸਵੀਗੀ ਵਾਲੇ ਨੇ, ਉਹ ਆਪਣਾ ਕੰਮ ਲੱਭਣ ਲਈ ਜੋ ਇੱਕ ਸਸਤਾ ਮੋਟਰਸਾਈਕਲ ਲੈਂਦੇ ਨੇ, ਉਸ ਤੋਂ ਬਾਅਦ ਉਸ 'ਤੇ ਆਪਣਾ ਡਿਲੀਵਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ। ਇਸ ਤੋਂ ਬਾਅਦ ਜੋ ਫਲ ਸਬਜ਼ੀਆਂ ਵੇਚਣ ਵਾਲੇ ਵੀ, ਉਹ ਵੀ ਪੁਰਾਣਾ ਕੋਈ ਵਾਹਨ ਜੋ ਹੈ ਮੋਟਰਸਾਈਕਲ ਖਰੀਦ ਕੇ ਉਸ 'ਤੇ ਥੋੜ੍ਹੇ ਬਹੁਤੇ ਪੈਸੇ ਲਗਾ ਕੇ ਉਸ ਨਾਲ ਆਪਣਾ ਕੰਮ ਚਲਾਉਂਦੇ ਨੇ। ਇਸ ਤੋਂ ਬਾਅਦ ਜੋ ਕਬਾੜ ਵਾਲੇ ਨੇ, ਜੋ ਬੰਦੇ ਕਬਾੜ ਇਕੱਠਾ ਕਰਦੇ ਨੇ, ਉਹ ਵੀ ਕੋਈ ਪੁਰਾਣਾ ਮੋਟਰਸਾਈਕਲ ਲੈ ਕੇ ਅਤੇ ਉਸ 'ਤੇ ਹੀ ਆਪਣਾ ਸਾਰਾ ਜੋ ਹੈ ਕੰਮਕਾਰ ਕਰਦੇ ਨੇ। ਸੋ ਇਸ ਨਾਲ ਜੋ ਹੈ ਇਹਨਾਂ ਲੋਕਾਂ 'ਤੇ ਇੱਕ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ। ਸੋ ਜੇਕਰ ਗੱਲ ਕਰੀਏ ਦਿੱਲੀ, ਅਤੇ ਦਿੱਲੀ ਵਿੱਚ ਵੀ 750 ਝੁੱਗੀਆਂ ਝੌਂਪੜੀਆਂ ਵਾਲੇ ਇਲਾਕੇ, ਜਿਸ ਵਿੱਚ 15 ਤੋਂ 20 ਲੱਖ ਆਬਾਦੀ ਇਹਨਾਂ ਵਿੱਚ ਰਹਿੰਦੀ ਹੈ। ਇਹ ਨੀਤੀ ਉਹਨਾਂ 'ਤੇ ਰੋਜੀ ਰੋਟੀ 'ਤੇ ਜੋ ਹੈ ਸਿੱਧਾ ਅਸਰ ਪਾਵੇਗੀ। ਸੋ ਜੇਕਰ ਗੱਲ ਕਰੀਏ ਇਸ ਨੀਤੀ ਨਾਲ ਪ੍ਰਦੂਸ਼ਣ ਘਟਾਉਣ ਦੀ, ਤਾਂ ਪ੍ਰਦੂਸ਼ਣ ਘਟਾਉਣ ਦੇ ਹੋਰ ਵੀ ਜੋ ਹੈ ਤਰੀਕੇ ਹੋ ਸਕਦੇ ਨੇ, ਪਰ ਇਹ ਨਹੀਂ ਸਮਝ ਆ ਰਹੀ ਕਿ ਸਰਕਾਰ ਇੱਦਾਂ ਦਾ ਤਰੀਕਾ ਕਿਉਂ ਵਰਤ ਰਹੀ ਹੈ ਜਿਸ ਨਾਲ ਜੋ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਸੋ ਜੇਕਰ ਗੱਲ ਕਰੀਏ ਪ੍ਰਦੂਸ਼ਣ ਘਟਾਉਣ ਦੀ, ਤਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੁਰਾਣੇ ਵਾਹਨ ਚਲਾਉਣਾ ਮੱਧ ਵਰਗੀ ਅਤੇ ਗਰੀਬਾਂ ਦੀ ਮਜਬੂਰੀ ਹੈ। ਸਰਕਾਰ ਨੂੰ ਇਹਨਾਂ ਦੋਹਾਂ ਵਰਗਾਂ ਨੂੰ ਹੋਰ ਬਦਲ ਦੇਣਾ ਚਾਹੀਦਾ ਹੈ, ਕਿਉਂਕਿ ਤੇਲ ਦੀ ਖਪਤ ਅਤੇ ਪ੍ਰਦੂਸ਼ਣ ਸਿਰਫ ਇੰਜਣ ਕਰਕੇ ਹੁੰਦਾ। ਜਿਵੇਂ ਕਿ ਪੁਰਾਣੇ ਸਕੂਟਰ ਵਿੱਚ ਨਵੇਂ ਇੰਜਨ ਨੂੰ ਜੇਕਰ ਫਿੱਟ ਕੀਤਾ ਜਾਵੇ ਤਾਂ ਉਸ ਨਾਲ ਜੋ ਹੈ ਪ੍ਰਦੂਸ਼ਣ ਘੱਟ ਸਕਦਾ ਹੈ। ਇੰਜਣ ਦੀ ਡੀਕਾਰਬੋਨਾਈਜ਼ ਕਰਕੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੰਜਣ ਵੀ ਬਦਲਿਆ ਜਾ ਸਕਦਾ, ਇਸ ਨਾਲ ਘੱਟ ਖਰਚੇ ਨਾਲ ਪ੍ਰਦੂਸ਼ਣ ਦੀ ਸਮੱਸਿਆ ਹੱਲ ਹੋ ਜਾਵੇਗੀ। ਜੇਕਰ ਅਸੀਂ ਗੱਲ ਕਰੀਏ, ਜੇ ਕਿਸੇ ਇੰਜਣ ਦੀ ਐਵਰੇਜ ਵਧਾ ਦਿੱਤੀ ਜਾਏ ਤਾਂ ਉਸ ਨਾਲ ਪ੍ਰਦੂਸ਼ਣ ਵੀ ਘਟੇਗਾ, ਕਿਉਂਕਿ ਉਹ ਥੋੜ੍ਹੇ ਜਿਹੇ ਤੇਲ ਨਾਲ ਬਹੁਤ ਜ਼ਿਆਦਾ ਦੂਰੀ ਤੈਅ ਕਰ ਸਕਦਾ ਹੈ ਕੋਈ ਵਾਹਨ, ਜਿਸ ਨਾਲ ਪ੍ਰਦੂਸ਼ਣ ਨੂੰ ਹੈ ਉਹ ਘੱਟ ਸਕਦਾ ਹੈ। ਇਸ ਦੇ ਨਾਲ ਹੀ ਲੋਕਾਂ ਦੀ ਜੇਬ 'ਚ ਜੋ ਹੈ ਪੈਸਾ ਆਏਗਾ ਅਤੇ ਆਮਦਨ ਦੇ ਜ਼ਰੀਏ ਵੀ ਪੈਦਾ ਹੋਣਗੇ। ਸੋ ਜੇਕਰ ਗੱਲ ਕਰੀਏ ਇਸ ਨੀਤੀ ਬਾਰੇ, ਤਾਂ ਇਸ ਨੂੰ ਇੱਕ ਸਰਕਾਰ ਪੈਸੇ ਦੇ ਤੌਰ 'ਤੇ ਵਰਤ ਰਹੀ ਹੈ ਕਿ ਪੈਸਾ ਲੋਕਾਂ ਤੋਂ ਕਿਵੇਂ ਕਮਾਇਆ ਜਾਏ, ਇਸ ਤੋਂ ਵੱਧ ਕੁਛ ਨਹੀਂ ਹੈ। ਸੋ ਇਸ ਤੋਂ ਨਾਲ ਹੀ ਜੇਕਰ ਲਾਸਟ 'ਤੇ ਗੱਲ ਕਰੀਏ ਤਾਂ ਲਿਖਿਆ ਹੈ ਕਿ ਜੇਕਰ ਉਹਨਾਂ ਦੀ ਜੇਬ ਵਿੱਚ ਪੈਸਾ ਹੋਵੇਗਾ ਤਾਂ ਨਵੇਂ ਵਾਹਨ ਦੀ ਵਿਕਰੀ ਆਪੇ ਆਪ ਵਧੇਗੀ, ਜਿਸ ਨਾਲ ਧੱਕੇ ਨਾਲ ਲੋਕਾਂ ਦੇ ਜੋ ਨਿੱਜੀ ਵਾਹਨਾਂ ਨੂੰ ਕਬਾੜ ਬਣਾ ਕੇ ਦੇਸ਼ ਦਾ ਨੁਕਸਾਨ ਹੋਵੇਗਾ। ਸੋ ਇੱਥੇ ਗੱਲ ਕਰੀਏ ਕਿ ਆਮ ਲੋਕਾਂ ਉੱਪਰ ਇਹ ਨੀਤੀ ਥੋਪਣ ਦੀ ਗੱਲ ਹੋ ਰਹੀ ਹੈ ਕਿ ਇਹ ਨੀਤੀ ਨਾਲ ਜੋ ਹੈ ਪ੍ਰਦੂਸ਼ਣ ਘਟਾਉਣ ਦਾ ਇੱਕ ਬਹਾਨਾ ਬਣਾ ਕੇ ਇਹ ਸਭ ਕੰਮ ਕੀਤੇ ਜਾ ਰਹੇ ਨੇ। ਸੋ ਇਹ ਸੀ ਅੱਜ ਦੀ ਜੋ ਹੈ ਨਵੀਂ ਵਾਹਨ ਸਕ੍ਰੈਪ ਨੀਤੀ ਬਾਰੇ ਇੱਕ ਵੀਡੀਓ, ਕਿ ਇਹ ਨੀਤੀ ਕੀ ਹੈ, ਇਸ ਨਾਲ ਕੀ ਫਾਇਦੇ ਅਤੇ ਕੀ ਨੁਕਸਾਨ ਹੋਣਗੇ, ਅਤੇ ਕੀ ਇਸ ਨਾਲ ਸੱਚਮੁੱਚ ਹੀ ਪ੍ਰਦੂਸ਼ਣ ਘਟੇਗਾ ਜਾਂ ਨਹੀਂ। ਸੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਅਤੇ ਸ਼ੇਅਰ ਕਰੋ, ਅਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦੱਸੋ ਕਿ ਕੀ ਇਹ ਨੀਤੀ ਸਹੀ ਹੈ ਜਾਂ ਨਹੀਂ। ਧੰਨਵਾਦ।